ਫ੍ਰੀ ਵਾਲਾ ਲੋਲੀਪੌਪ ਦੇਣ ਦੇ ਵਿੱਚ ਲੀਡਰ ਜਿਹੜੇ ਲੱਗੇ ਹੋਏ ਨੇ, ਤੁਹਾਡੇ ਵਾਲੇ ਪਾਸੇ ਵੀ ਉਹੀ ਕੁਝ ਹੋ ਰਿਹਾ। ਕੰਪੈਰੀਟਿਵਲੀ ਰੋਜ਼ਗਾਰ ਦੇਣ ਦੀ ਗੱਲ ਹੋਣੀ ਚਾਹੀਦੀ ਹੈ। ਇੱਥੇ ਦੇ ਸ਼ਾਮ 84 ਦੀ ਜਿਹੜੀ ਸਿਆਸੀ ਸਿਹਤ ਵੀ ਵਿਗੜੀ ਹੋਈ ਹੈ ਇਸ ਵੇਲੇ, ਤੇ ਫਿਰ ਉਹਦਾ ਕੋਈ ਟ੍ਰੀਟਮੈਂਟ ਲਿਖੋਗੇ? ਵੈਕਸੀਨ ਤਿਆਰ ਹੋ ਰਹੀ ਹੈ ਝਾੜੂ ਸ਼ੀਲਡ ਦੇ ਨਾਂ ਤੇ। ਉਹ ਕੈਪਟਨ ਤੇ ਬਾਦਲ ਦੋਨਾਂ ਨੂੰ ਅਸੀਂ ਟੀਕੇ ਲਾ ਕੇ ਭਰ ਕੇ ਇਹਨਾਂ ਨੂੰ ਭਜਾਵਾਂਗੇ ਆਪਾਂ। ਕਿਸੇ ਨੇ ਵੀ ਹੁਸ਼ਿਆਰਪੁਰ ਦੀ ਕੋਈ ਬਾਂਹ ਨਹੀਂ ਫੜੀ, ਕੋਈ ਵੱਡੀ ਇੰਡਸਟਰੀ ਨਹੀਂ ਆਈ, ਕੋਈ ਵੱਡਾ ਕੋਈ ਹਸਪੀਟਲ, ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਹੀਂ ਆਇਆ। ਨੌਜਵਾਨ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ? ਵੱਡੀ ਗਿਣਤੀ ਦੇ ਵਿੱਚ ਹਿਜਰਤ ਹੈ ਜਿਹੜੀ ਇਸ ਹਲਕੇ ਦੇ ਵਿੱਚੋਂ ਹੋ ਰਹੀ ਹੈ। ਉਹਦਾ ਵੀ ਮੁੱਦਾ ਸੀ ਚੱਕਿਆ, ਬਟ ਹੀ ਇਜ਼ ਐਡਮੈਂਟ, ਕਹਿੰਦੇ ਨਹੀਂ ਤੁਸੀਂ ਬੋਰਡ ਲਾਤੇ, ਵਿਰੋਧੀ ਪਾਰਟੀ ਨੇ ਸਾਡੇ, ਹੁਣ ਮੈਂ ਸੜਕ ਬਣਾਉਣੀ ਨਹੀਂ, ਜੋ ਮਰਜ਼ੀ ਦਾ ਮਰਜ਼ੀ ਕਰ ਲਓ। ਕੱਲੇ ਘਰ ਨੂੰ ਬਿਜਲੀ ਪਾਣੀ ਸੜਕ ਪਹੁੰਚਾਇਆ ਹੈ ਉਹਨਾਂ ਨੇ। ਜੇ ਹਿਮਾਚਲ ਕਰ ਸਕਦਾ ਤੇ ਵਹੀ ਕਾਂਟ ਪੰਜਾਬ ਕਿਉਂ ਨਹੀਂ ਕਰ ਸਕਦਾ? ਲੋਕ ਹੀ ਜਿਹੜੇ ਨੇ ਉਹ ਇੰਨੇ ਜ਼ਿਆਦਾ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਉਲਝੇ ਹੋਏ ਨੇ ਕਿ ਉਹਨਾਂ ਨੂੰ ਇਹਨਾਂ ਵੱਲ ਧਿਆਨ ਹੀ ਨਹੀਂ, ਜਾਂ ਲੀਡਰ ਧਿਆਨ ਦੇਣਾ ਨਹੀਂ ਚਾਹੁੰਦੇ। ਮੁੱਢਲੀ ਜਿਹੜੀ ਸਹੂਲਤਾਂ ਹੁੰਦੀਆਂ, ਐਜੂਕੇਸ਼ਨ, ਹੈਲਥ, ਇਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਲੋਕ ਅੱਜ ਕੱਲ੍ਹ ਚੰਦ 'ਤੇ ਪਹੁੰਚ ਗਏ ਨੇ, ਮੰਗਲ ਗ੍ਰਹਿ 'ਤੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ, ਤੇ ਸਾਡੇ ਜਿਹੜੇ ਲੀਡਰ ਹੈਗੇ ਉਹ ਹਜੇ ਗਲੀਆਂ ਨਾਲੀਆਂ ਦੇ ਉਦਘਾਟਨ ਕਰੀ ਜਾਂਦੇ ਹੈਗੇ। ਨਸ਼ੇ ਦਾ ਤੁਸੀਂ ਕੈਪਟਨ ਹੋਰਾਂ ਨੇ ਤਾਂ ਲੱਕ ਤੋੜਨ ਦੀ ਗੱਲ ਕੀਤੀ ਸੀ, ਤੁਸੀਂ ਬਾਂਹ ਤੋੜੋਗੇ, ਤੁਸੀਂ ਸਿਰ ਭੰਨੋਗੇ, ਤੁਸੀਂ ਕੀ ਕਰੋਗੇ? ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਜਿਹੜਾ ਬਿਗਲ ਹੈ ਉਹ ਵੱਜ ਚੁੱਕਿਆ ਹੈ। ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਲੋਕ ਨੇ ਜਿਹੜੇ ਉਹ ਸਰਗਰਮ ਹੋ ਚੁੱਕੇ ਨੇ, ਆਪਣੇ ਹਲਕੇ ਦੇ ਵਿੱਚ ਸਰਗਰਮੀਆਂ ਵਧਾ ਚੁੱਕੇ ਨੇ। ਅਜਿਹੇ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦਾ ਹਲਕਾ ਸ਼ਾਮ 84 ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ ਹੈ। ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਸ ਵੇਲੇ ਇਹ ਹਲਕਾ ਚਰਚਾ ਦੇ ਵਿੱਚ ਆਇਆ ਸੀ, ਪੂਰੇ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਸੀ, ਜਦੋਂ ਡਾਕਟਰ ਰਵਜੋਤ ਹੋਰੇ ਕੁਝ ਕੁ ਮਾਰਕਾ, ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਕੁਝ ਕੁ ਵੋਟਾਂ ਦੇ ਫਰਕ ਨਾਲ ਇੱਥੋਂ ਜਿੱਤਦੇ ਉਹ ਰਹਿ ਗਏ ਸੀ। ਪਰ ਉਸ ਤੋਂ ਬਾਅਦ ਲਗਾਤਾਰ ਉਹ ਹਲਕੇ ਦੇ ਵਿੱਚ ਸਰਗਰਮ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿਆਸਤ ਇੱਕ ਜਿਹੜੀ ਸੇਵਾ ਭਾਵਨਾ ਦਾ ਹਿੱਸਾ ਹੁੰਦਾ, ਇੱਕ ਸੇਵਾ ਭਾਵਨਾ ਦੇ ਤੌਰ 'ਤੇ ਉਹ ਸਿਆਸਤ ਨੂੰ ਦੇਖ ਰਹੇ ਨੇ, ਸੇਵਾ ਦੇ ਪੁੰਜ ਵਜੋਂ। ਔਰ ਅਸੀਂ ਕਹਿ ਸਕਦੇ ਕਿ ਬਹੁਤ ਸਾਰੇ ਜਿਹੜੇ ਮਰੀਜ਼ ਹੈਗੇ ਨੇ ਔਰ ਉਹਨਾਂ ਦਾ ਡਾਇਰੈਕਟ ਰਾਬਤਾ ਹਲਕੇ ਦੇ ਲੋਕਾਂ ਨਾਲ ਜਿਹੜਾ ਉਹ ਹੈ। ਅੱਜ ਤੁਹਾਡੇ ਨਾਲ ਮੁਲਾਕਾਤ ਕਰਾਉਂਦੇ ਹਾਂ, ਕੀ ਸੋਚ ਰੱਖਦੇ ਨੇ, ਕਿੱਦਾਂ ਦੀ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਹਲਕੇ ਨੂੰ ਲੈ ਕੇ ਪਲੈਨਿੰਗ ਰਹਿੰਦੀ ਹੈ। ਪਹਿਲਾਂ ਸਵਾਗਤ ਕਰ ਲੈਂਦੇ ਹਾਂ ਹਕੀਕਤ ਟੀਵੀ ਪੰਜਾਬੀ ਦੇ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ। ਸ਼ੁਕਰੀਆ ਜੀ, ਧੰਨਵਾਦ। ਮੈਂ ਵਧਾਈ ਦਿੰਦਾ ਸਾਰਿਆਂ ਨੂੰ, ਤੁਹਾਡੇ ਵਿਊਵਰਸ ਨੂੰ, ਹਕੀਕਤ ਟੀਵੀ ਥਰੂ ਮਾਧਿਅਮ ਥਰੂ ਜਨਮ ਅਸ਼ਟਮੀ ਦੀਆਂ, ਤੇ ਤੁਹਾਡਾ ਹੁਸ਼ਿਆਰਪੁਰ ਸ਼ਾਮ 84 ਹਲਕੇ ਤੁਹਾਡਾ ਵੈਲਕਮ। ਅਸੀਂ ਤੁਹਾਡਾ ਦਿਲ ਦੇ ਗਹਿਰਾਈ 'ਚੋਂ ਤੁਹਾਡਾ ਧੰਨਵਾਦ ਕਰਦੇ ਜੀ। ਡਾਕਟਰ ਸਾਹਿਬ, ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ, ਵਿਚਰਦਿਆਂ ਤੁਹਾਨੂੰ ਲਗਭਗ ਅੱਧਾ ਦਹਾਕਾ, ਅਸੀਂ ਕਹਿ ਦਿੰਦੇ ਹਾਂ ਅੱਧਾ ਦਹਾਕਾ ਤੁਹਾਨੂੰ ਇਸ ਹਲਕੇ ਦੇ ਵਿੱਚ ਵਿਚਰਦਿਆਂ ਹੋ ਗਿਆ। ਪਹਿਲਾਂ ਇਹ ਦੱਸੋ ਕਿ ਇਸ ਇਲਾਕੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ, ਹੁਣ ਤੱਕ ਇਸ ਇਲਾਕੇ ਨੇ ਵੱਡੇ ਲੀਡਰ ਦਿੱਤੇ ਨੇ, ਪਰ ਵੱਡਾ ਪ੍ਰੋਜੈਕਟ ਕੋਈ ਇਸ ਵੇਲੇ ਕੋਈ ਨਜ਼ਰ ਨਹੀਂ ਆ ਰਿਹਾ। ਕੀ ਘਾਟਾ ਕੀ ਨੇ ਜੀ ਇਸ ਵੇਲੇ ਜਿਹੜੀਆਂ ਹਲਕੇ ਦੀਆਂ ਤੁਹਾਨੂੰ ਲੱਗਦੀਆਂ ਨੇ? ਤੁਸੀਂ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ, ਰੋਜ਼ਾਨਾ ਮਰੀਜ਼ਾਂ ਨਾਲ ਵੀ ਤੁਸੀਂ ਰਾਬਤੇ ਦੇ ਵਿੱਚ ਰਹਿ ਰਹੇ ਹੋ। ਬਹੁਤ ਮੈਂ ਕਹਿ ਸਕਦਾ ਕਾਫੀ ਸਮੇਂ ਤੋਂ ਜਿਹੜਾ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਲੈ ਲਈਏ, ਜਾਂ ਅਸੀਂ ਆਪਾਂ ਸ਼ਾਮ 84 ਹਲਕਾ ਲੈ ਲਈਏ, ਕਾਫੀ ਦੇਰ ਤੋਂ ਨੈਗਲੈਕਟਡ ਹੀ ਰਿਹਾ ਹੈਗਾ। ਕਾਫੀ ਵੱਡੇ ਨਾਮ, ਵੱਡੇ ਚਿਹਰੇ ਹੁਸ਼ਿਆਰਪੁਰ ਲੋਕ ਸਭਾ ਤੋਂ ਗਏ ਆ, ਸਾਡੇ ਪਾਰਲੀਮੈਂਟ 'ਚ ਗਏ ਨੇ, ਸਾਡੀ ਸਟੇਟ ਅਸੈਂਬਲੀ 'ਚ ਵੀ ਗਏ ਨੇ, ਪਰ ਕਿਸੇ ਨੇ ਵੀ ਹੁਸ਼ਿਆਰਪੁਰ ਦੀ ਕੋਈ ਬਾਂਹ ਨਹੀਂ ਫੜੀ, ਕੋਈ ਵੱਡੀ ਇੰਡਸਟਰੀ ਨਹੀਂ ਆਈ, ਕੋਈ ਵੱਡਾ ਕੋਈ ਹਸਪੀਟਲ, ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਹੀਂ ਆਇਆ, ਜਿਹਦੇ ਨਾਲ ਕਿ ਬੱਚਿਆਂ ਨੂੰ ਕੋਈ ਵੱਡਾ ਇੰਸਟੀਟਿਊਸ਼ਨ ਨਹੀਂ ਆਇਆ। ਕਿਉਂਕਿ ਸਾਨੂੰ ਵੀ ਹਜੇ ਵੀ ਜੇ ਕੋਈ ਲਾਈਕ ਫਰਦਰ ਸਟੱਡੀਜ਼ ਲਈ, MBBS ਲਈ ਬੱਚਿਆਂ ਨੂੰ, ਜਾਂ BDS ਨੂੰ ਬੱਚਿਆਂ ਨੂੰ ਸਾਨੂੰ ਪਟਿਆਲੇ ਜਾਂ ਅੰਮ੍ਰਿਤਸਰ ਜਾਣਾ ਪੈਂਦਾ। ਲੋਕਲ ਇੱਕ ਸੀ ਪਹਿਲਾਂ ਸੀਗੀ ਪਲਾਨ ਸੀਗਾ, ਇਟ ਵਾਜ਼ ਇਨ ਪਾਈਪਲਾਈਨ, ਉਹ ਵੀ ਮੈਡਮ ਹਰਸਿਮਰਤ ਕੌਰ ਜੀ ਆਪਣੇ ਬਠਿੰਡੇ ਏਰੀਆ 'ਚ ਉਹ ਏਮਸ ਨੂੰ ਲੈ ਗਏ ਸੀਗੇ ਜੀ। ਅਤੇ ਡਾਕਟਰ ਸਾਹਿਬ, ਇੱਥੇ ਜਿਸ ਤਰੀਕੇ ਨਾਲ ਤੁਸੀਂ ਵਿਚਰ ਰਹੇ ਹੋ, ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਨੌਜਵਾਨਾਂ ਦੇ ਵਿੱਚ ਵੀ ਤੁਸੀਂ ਰਾਬਤੇ ਦੇ ਵਿੱਚ ਰਹਿ ਰਹੇ ਹੋ, ਕੀ ਸੋਚਦਾ ਇਸ ਵੇਲੇ ਨੌਜਵਾਨ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ? ਵੱਡੀ ਗਿਣਤੀ ਦੇ ਵਿੱਚ ਹਿਜਰਤ ਹੈ ਜਿਹੜੀ ਇਸ ਹਲਕੇ ਦੇ ਵਿੱਚੋਂ ਹੋ ਰਹੀ ਹੈ। ਨੌਜਵਾਨ ਜਿਹੜਾ ਵਰਗ ਹੈਗਾ,
ਅਸੀਂ ਜਿੱਥੇ ਵੀ ਜਾਈਦਾ ਮੀਟਿੰਗਸ ਕਰਦੀ ਹਾਂ ਆਲਮੋਸਟ ਕਹਿ ਸਕਦੇ ਅਬਾਊਟ 80-90% ਅਨਇੰਪਲੋਇਡ ਹੀ ਹੈਗਾ। ਉਹਨਾਂ ਦੇ ਮਨਾਂ 'ਚ ਬੜਾ ਲਾਈਕ ਫਿਊਚਰ ਜਿਹੜਾ ਉਹਨਾਂ ਦਾ ਬੜਾ ਡਾਰਕ ਵਿੱਚ ਹੈਗਾ। ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕੀ ਕਰੀਏ ਜਾਂ ਕਿੱਥੇ ਆਪਾਂ ਆਪਣੇ ਜੌਬਸ ਦੇ ਅਪਲਾਈ ਕਰੀਏ। ਜਿਹੜੇ ਤਾਂ ਬੱਚੇ ਚਲੋ 10th ਕਰਕੇ ਜਾਂ +2 ਕਰਕੇ ਕਰ ਲੈਂਦੇ ਨੇ ਉਹ ਤਾਂ ਬਾਹਰ ਚਲੇ ਜਾਂਦੇ ਨੇ, ਅਤੇ ਪਰ ਜਿਹੜੇ ਬਾਅਦ 'ਚ ਕੁਝ ਗ੍ਰੈਜੂਏਸ਼ਨ ਕਰ ਦਿੰਦੇ ਦੇ ਆਰ ਸਟਿਲ ਲਾਈਕ ਰੋਮਿੰਗ, ਉਹ ਫ੍ਰੀ ਘੁੰਮ ਰਹੇ ਨੇ। ਕੋਈ ਜਿੱਥੇ ਵੀ ਕੋਈ ਕੰਮ ਮਿਲਦਾ ਮਾੜਾ ਮੋਟਾ ਆਪਣਾ ਗੁਜ਼ਾਰਾ ਕਰ ਰਹੇ ਨੇ। ਉਹਨਾਂ ਦੇ ਮਨਾਂ 'ਚ ਬੜਾ ਲਾਈਕ ਗੁੱਸਾ ਹੈਗਾ ਕਿ ਅਸੀਂ ਇੰਨੀ ਪੜ੍ਹਾਈ ਵੀ ਕਰ ਲਈ, ਅਸੀਂ ਇੰਨਾ ਪੈਸਾ ਵੀ ਖਰਚ ਕਰ ਲਿਆ, ਪਰ ਸਾਨੂੰ ਕੋਈ ਕੰਮ ਜਾਂ ਰੋਜ਼ਗਾਰ ਕਿਤੇ ਵੀ ਆਪਣਾ ਡੇਲੀ ਡੇ ਟੂ ਡੇ ਐਕਟੀਵਿਟੀ ਕਰਨ ਲਈ ਜਿੱਦਾਂ ਦਾ ਕੋਈ ਵੀ ਸਾਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਕੋਈ ਵੀ। ਕਾਰਨ ਕੀ ਮੰਨਦੇ ਹੋ ਕਿ ਇਸ ਇਲਾਕੇ ਦੇ ਵਿੱਚ ਖਾਸ ਕਰਕੇ ਅਗਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰ ਲਈ, ਕੋਈ ਬਹੁਤਾ ਵੱਡਾ ਉਦਯੋਗ ਕੋਈ ਨਹੀਂ ਹੈ, ਇੱਥੇ ਸਨਅਤ ਨਹੀਂ ਹੈ? ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਜ਼ਰੂਰਤ ਹੈ? ਕੋਈ ਇੱਦਾਂ ਦੀ ਪਲੈਨਿੰਗ ਚੱਲ ਰਹੀ ਹੈ ਤੁਹਾਡੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੁਝ ਉਮੀਦ ਲੋਕ ਤੁਹਾਡੇ 'ਤੇ ਜਤਾਉਂਦੇ ਨੇ? ਨਹੀਂ, ਜ਼ਰੂਰ ਅਸੀਂ ਪੂਰੀ ਸਾਨੂੰ ਉਮੀਦ ਆ ਕਿ ਅਸੀਂ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਕੋਈ ਇੱਦਾਂ ਦਾ ਕੋਈ ਕੰਢੀ ਡਿਵੈਲਪਮੈਂਟ ਪ੍ਰੋਜੈਕਟ ਜਾਂ ਕੰਢੀ ਡਿਵੈਲਪਮੈਂਟ ਬੋਰਡ ਅਸੀਂ ਬਣਾਵਾਂਗੇ, ਸਪੈਸ਼ਲੀ ਜਿਹੜਾ ਸਾਡਾ ਹੁਸ਼ਿਆਰਪੁਰ ਜਾਂ ਦਸੂਹਾ ਮੁਕੇਰੀਆਂ ਅਨੰਦਪੁਰ ਸਾਹਿਬ ਨੂੰ ਕਵਰ ਕਰਦਾ ਹੈਗਾ। ਉਹਨਾਂ ਵਾਸਤੇ ਬੱਚਿਆਂ ਲਈ ਕੋਈ ਰੋਜ਼ਗਾਰ ਜਾਂ ਉੱਥੇ ਤਾਂ ਇੰਨੀ ਕਿਸਾਨੀ ਵੀ ਹੈ ਨਹੀਂ ਗੀ, ਉੱਥੋਂ ਦੀ ਤਾਂ ਮਤਲਬ ਕਿ ਜਿਹੜੀ ਕੰਡੀਸ਼ਨ ਹੈਗੀ ਕਾਫੀ ਖ਼ਰਾਬ ਨੇ। ਜਾਨਵਰ ਨਹੀਂ ਟਿਕਣ ਦਿੰਦੇ ਉੱਥੇ, ਜਿਹੜੀ ਮਾੜੀ ਮੋਟੀ ਫਸਲ ਹੁੰਦੀ ਉਹ ਵੀ ਜਾਨਵਰ ਖਰਾਬ ਕਰ ਦਿੰਦੇ। ਉਹ ਤਾਂ ਦਿਨ ਵੀ ਖੇਤਾਂ ਨੂੰ ਅਤੇ ਰਾਤ ਵੀ ਖੇਤਾਂ 'ਚ ਹੀ ਰਹਿੰਦੇ ਨੇ। ਇਸ ਤਰ੍ਹਾਂ ਦਾ ਬੋਰਡ ਕਰਕੇ ਬਾਕੀ ਜਿਹੜੇ ਥੱਲੇ ਲੋਅਰ ਪਲੇਨ ਏਰੀਆ ਹੈਗੇ ਆ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਅਸੀਂ ਕੈਬਨਿਟ ਵਿੱਚੋਂ ਜਿਸ ਤਰ੍ਹਾਂ ਵੀ ਹੋ ਸਕਦਾ ਹੁਸ਼ਿਆਰਪੁਰ ਲਈ ਕੁਛ ਨਾ ਕੁਛ ਜ਼ਰੂਰ ਅਸੀਂ ਆਪਾਂ ਲੈ ਕੇ ਆਵਾਂਗੇ, ਪ੍ਰੋਜੈਕਟ ਬਣਾਵਾਂਗੇ ਆਪਾਂ। ਡਾਕਟਰ ਸਾਹਿਬ, ਸੜਕਾਂ ਦਾ ਵੀ ਬੜਾ ਕੋਈ ਬਹੁਤਾ ਅੱਛਾ ਨਹੀਂ ਹੈਗਾ। ਅਗਰ ਤੁਸੀਂ ਇੱਥੋਂ ਲੰਘਦੇ ਹੋ, ਲੋਕਲ ਸ਼ਹਿਰ ਦੇ ਵਿੱਚੋਂ ਅਸੀਂ ਵੀ ਲੰਘ ਕੇ ਆਏ ਹਾਂ, ਤੁਸੀਂ 5-10 ਕਿਲੋਮੀਟਰ ਅੱਗੇ ਜਾਓ ਜਿੱਥੋਂ ਹਿਮਾਚਲ ਸ਼ੁਰੂ ਹੁੰਦਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਜ਼ਮੀਨ ਅਸਮਾਨ ਦਾ ਫਰਕ ਹੈ। ਕੀ ਕਾਰਨ ਮੰਨਦੇ ਹੋ? ਕਿਹਦਾ ਫੇਲੀਅਰ ਮੰਨਦੇ ਹੋ? ਇਹ ਗਵਰਨਮੈਂਟ ਫੇਲੀਅਰ ਹੈਗਾ, ਐਡਮਿਨਿਸਟ੍ਰੇਟਿਵ ਫੇਲੀਅਰ ਹੈਗਾ। ਅਸੀਂ ਪਿੱਛੇ ਜੇ ਕਾਫੀ ਪ੍ਰੋਟੈਸਟ ਕੀਤਾ, ਜਿਹੜੀ ਹਰਿਆਣਾ ਤੋਂ ਜਨੋੜੀ ਸੜਕ ਜਾਂਦੀ ਸੀਗੀ, ਤਕਰੀਬਨ MLA ਸਾਹਿਬ ਨੂੰ 4.5 ਸਾਲ ਹੋ ਚੁੱਕੇ ਸੀ। ਕਈ ਵਾਰ ਮੰਗ ਪੱਤਰ ਦਿੱਤੇ ਗਏ, ਕਈ ਵਾਰ ਅਖਬਾਰਾਂ 'ਚ ਵੀ ਆਇਆ। ਐਟਲੀਸਟ ਹੀ ਹੈਜ਼ ਲਾਈਕ ਵੇਸਟਡ 4.5 years, ਕੁਛ ਨਹੀਂ ਹੋਇਆ। ਫਿਰ ਸਾਨੂੰ ਸੰਘਰਸ਼ ਕਰਨਾ ਪਿਆ, ਉਹਦੇ ਵਾਸਤੇ ਸਾਨੂੰ ਮੰਗ ਰੱਖਣੀ ਪਈ ਅਤੇ ਸੰਘਰਸ਼ ਕੀਤਾ ਤਾਂ ਜਾ ਕੇ ਬਣੀ ਆ। ਮੈਨੂੰ ਲੱਗਦਾ ਕਿ ਜੇ ਇਹੀ ਸੰਘਰਸ਼ ਅਸੀਂ 2 ਸਾਲ ਪਹਿਲਾਂ ਵੀ ਕਰਦੇ ਹੁੰਦੇ ਤਾਂ, ਕਿਉਂਕਿ ਹੁਣ ਰਹਿ ਹੀ 6 ਮਹੀਨੇ ਗਏ ਵੋਟਿੰਗ ਨੂੰ, ਅਤੇ ਉਸ ਕਰਕੇ ਉਹਨਾਂ ਨੇ ਬਣਾਉਣੀ ਪਈ। ਇੱਕ ਸੜਕ ਹੋਰ ਸੀ ਪਿੰਡ ਮੁਰਾਦਪੁਰ ਨੂੰ ਭਿੱਖੋਵਾਲ ਤੋਂ ਜਾਂਦੀ, ਉਹਦਾ ਵੀ ਮੁੱਦਾ ਸੀ ਚੱਕਿਆ, ਬਟ ਹੀ ਇਜ਼ ਐਡਮੈਂਟ, ਕਹਿੰਦੇ ਨਹੀਂ ਤੁਸੀਂ ਬੋਰਡ ਲਾ ਤੇ ਵਿਰੋਧੀ ਪਾਰਟੀ ਨੇ ਸਾਡੇ, ਹੁਣ ਮੈਂ ਸੜਕ ਬਣਾਉਣੀ ਨਹੀਂ, ਜੋ ਮਰਜ਼ੀ ਕਰ ਲਓ। ਅਤੇ ਜੇ ਅਸੀਂ ਕੰਢੀ ਨੂੰ ਚਲੇ ਜਾਈਏ ਉੱਪਰ, ਅਤੇ ਬਿਲਕੁਲ ਨਾਲ ਜਿਹੜਾ ਨੇਬਰਿੰਗ ਸਟੇਟ ਸਾਡਾ ਹਿਮਾਚਲ ਹੈਗਾ, ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਇਕੱਲੇ ਘਰ ਨੂੰ ਬਿਜਲੀ ਪਾਣੀ ਸੜਕ ਪਹੁੰਚਾਇਆ ਹੈ ਉਹਨਾਂ ਨੇ। ਜੇ ਹਿਮਾਚਲ ਕਰ ਸਕਦਾ ਤਾਂ ਵਹੀ ਕਾਂਟ ਪੰਜਾਬ ਕਿਉਂ ਨਹੀਂ ਕਰ ਸਕਦਾ? ਅਸੀਂ ਲੋਕਲ MLA ਜਾਂ ਲੋਕਲ MP ਕਿਉਂ ਨਹੀਂ ਕਰ ਸਕਦੇ? ਬੜਾ ਡਿਜ਼ਾਸਟਰਸ ਰਸਤਾ ਹੈਗਾ, ਬੜਾ ਖਤਰਨਾਕ ਰਸਤਾ ਹੈਗਾ। ਕੋਈ ਮਰੀਜ਼ ਆ ਜਾਵੇ ਥੱਲੇ ਨੂੰ ਆਉਣਾ ਹੋਵੇ ਤਾਂ ਉਹਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪਹੁੰਚੇ ਕਿ ਨਹੀਂ ਪਹੁੰਚ ਸਕਦੇ। ਕੋਈ ਕਨੈਕਟੀਵਿਟੀ ਹੈ ਨਹੀਂ, ਕੋਈ ਵੀ ਨਾ ਕੋਈ ਟੈਲੀਫੋਨਿਕ ਕਨੈਕਟੀਵਿਟੀ ਹੈਗੀ ਆ, ਨਾ ਹੀ ਰੋਡ ਦੀ ਕਨੈਕਟੀਵਿਟੀ ਆ, ਨਾ ਹੀ ਕੋਈ ਮੋਡ ਆਫ ਟਰਾਂਸਪੋਰਟੇਸ਼ਨ ਪਬਲਿਕ। ਜੇ ਕੋਈ ਆਪਣੀ ਗੱਡੀਆਂ ਹੈਗੀਆਂ ਉਹ ਤਾਂ ਚਲੋ ਔਖੇ ਸੌਖੇ ਲੈ ਆਊਗਾ, ਜੇ ਕੋਈ ਗੱਡੀ ਹੈ ਨਹੀਂ ਉਹ ਕਿਹਦੀ ਜਾ ਕੇ ਮਿੰਨਤਾਂ ਕਰੋ, ਕਿਹਨੂੰ ਕਹੋ ਕਿ ਅਸੀਂ ਥੱਲੇ ਜਾਣਾ ਜਾਂ ਮਰੀਜ਼ ਲੈ ਕੇ ਜਾਣੇ ਆਪਾਂ। ਬੜਾ ਟਫ ਉਹਨਾਂ ਦੀ ਲਾਈਫ ਹੈਗੀ ਹੈ। ਡਾਕਟਰ ਸਾਹਿਬ, ਪੇਸ਼ਾ ਵੀ ਹੈ ਤੁਹਾਡਾ, ਤੁਸੀਂ ਪੇਸ਼ੇਵਰ ਦੇ ਤੌਰ 'ਤੇ ਵੀ ਇੱਥੇ ਵਿਚਰ ਰਹੇ ਹੋ, ਬਤੌਰ ਡਾਕਟਰ ਵਿਚਰ ਰਹੇ ਹੋ। ਬਿਮਾਰੀ ਦੀ ਬੜੀ ਸਮੱਸਿਆ ਹੈ, ਕਾਲੇ ਪੀਲੇ ਦੀ ਬੜੀ ਸਮੱਸਿਆ ਹੈ, ਅਗਰ ਅਸੀਂ ਕਹਿ ਲਈਏ ਲੀਵਰ ਫੇਲੀਅਰ ਦੀ ਬੜੀ ਦਿੱਕਤ ਹੈ, ਹਾਰਟ ਫੇਲੀਅਰਸ ਇਸ ਇਲਾਕੇ ਦੇ ਵਿੱਚ ਕੰਪੈਰੇਟਿਵਲੀ ਜ਼ਿਆਦਾ ਹੋਣ ਦਾ ਕੀ ਕਾਰਨ ਮੰਨਦੇ ਹੋ? ਇਸ ਪਾਸੇ ਕਦੇ ਕਿਸੇ ਦਾ ਧਿਆਨ ਤੁਸੀਂ ਦਿਵਾਇਆ ਹੈ? ਲੈਕ ਆਫ ਮੈਡੀਕਲ ਫੈਸਿਲਿਟੀਜ਼। ਬਿਮਾਰੀ ਜੇ ਆਪਾਂ ਸ਼ੁਰੂ ਤੋਂ ਫੜ ਲਈ ਜਾਂ ਛੋਟੀ ਸਟੇਜ 'ਚ ਫੜ ਲਈ ਆਪਾਂ, ਉਹਦਾ ਰੋਕਥਾਮ ਹੋ ਜਾਂਦਾ ਹੈਗਾ। ਪਰ ਉੱਥੇ ਕੋਈ ਕਾਲਜ ਹੈ ਨਹੀਂ, ਕੋਈ ਹੌਸਪੀਟਲ ਹੈ ਨਹੀਂ ਉੱਥੇ। ਹਰਿਆਣਾ ਇੱਕ ਹੌਸਪੀਟਲ ਸੀਗਾ ਉੱਥੇ, ਉਹਨੂੰ ਵੀ ਥੋੜ੍ਹਾ ਡਾਊਨ ਕਰਤਾ। ਉੱਥੇ ਵੀ ਡਾਕਟਰਸ ਕਾਫੀ ਘਟਾਤੇ, ਸਟਾਫ ਘਟਾਤੇ, ਜਿਹਨੂੰ ਕਿ ਕਾਫੀ ਪਿੰਡ ਕਵਰ ਕਰਦੇ ਸੀਗੇ, ਕਾਫੀ ਡਰੇਨ ਕਰਦੇ ਸੀਗੇ। ਉਹੀ ਆ ਕਿ ਨਿਗਲੈਕਟ ਹੁੰਦੀ ਬਿਮਾਰੀ ਕਿਤੇ ਤੇ ਕਿਤੇ ਪਹੁੰਚ ਜਾਂਦੀ ਹੈ, ਅੱਗੇ ਨਾਲੋਂ ਕਾਫੀ ਵਾਧਾ ਹੋ ਜਾਂਦਾ ਬਿਮਾਰੀ। ਜੋ ਲੇਟ ਸਟੇਜ 'ਚ ਆਉਂਦੇ ਤਾਂ ਫਿਰ ਮਤਲਬ ਕਿ ਸਮਾਂ ਕਈ ਵਾਰ ਇੱਦਾਂ ਹੁੰਦਾ ਕਿ ਉਹ ਕਈ ਵਾਰ ਨਹੀਂ ਬਚਾ ਸਕਦੇ ਆਪਾਂ ਜਾਂ ਨਹੀਂ ਬਚ ਸਕਦੇ। ਜੇ ਸ਼ੁਰੂ 'ਚ ਇਹੀ ਬਿਮਾਰੀ ਫੜ ਹੋ ਜਾਵੇ, ਜੋ ਉੱਥੇ ਫੈਸਿਲਿਟੀਜ਼ ਹੋਣ ਜਾਂ ਡਿਸਪੈਂਸਰੀ ਹੋਣ, ਜਾਂ ਉੱਥੇ ਲੋਕਲ ਕੋਈ ਨਾ ਕੋਈ, ਚਲੋ ਹਫ਼ਤੇ 2 ਜਾਂ 3 ਦਿਨ ਹੀ ਉੱਥੇ ਕੋਈ ਨਾ ਕੋਈ ਸਪੈਸ਼ਲਿਸਟ ਡਾਕਟਰ ਜਾਂਦਾ ਹੋਵੇ, ਤਾਂ ਮੈਂ ਕਹਿੰਦਾ ਕਾਫੀ ਸਾਡੀਆਂ ਲਾਈਫ ਜਿਹੜੀ ਹੈਗੀਆਂ ਸੇਵ ਹੋ ਸਕਦੀਆਂ। ਅਤੇ ਡਾਕਟਰ ਸਾਹਿਬ, ਅਗਰ ਸਿੱਖਿਆ ਦੀ ਗੱਲ ਕਰੀਏ ਇਸ ਖੇਤਰ ਦੇ ਵਿੱਚ, ਸ਼ਾਮ 84 ਦੇ ਵਿੱਚ ਸਿੱਖਿਆ ਦੀ ਗੱਲ ਕਰੀਏ, ਤਾਂ ਮੈਨੂੰ ਲੱਗਦਾ ਕਿ ਜੇਕਰ ਸਾਲ 2 ਸਾਲ
ਪਿੱਛੇ ਚਲੇ ਜਾਂਦੇ ਤਾਂ ਕੋਈ ਵੀ ਕਾਲਜ ਕੋਈ ਵੀ ਵੱਡਾ ਅਦਾਰਾ ਇੱਥੇ ਇਸ ਖੇਤਰ ਦੇ ਵਿੱਚ ਕੰਮ ਨਹੀਂ। ਇਹਨੂੰ ਮਤਰੇਈ ਮਾਂ ਵਾਲਾ ਸਲੂਕ ਅਸੀਂ ਕਹਿ ਸਕਦੇ ਹਾਂ ਕਿ ਮਤਰੇਈ ਮਾਂ ਵਾਲਾ ਸਲੂਕ ਰੱਖਿਆ ਗਿਆ ਹੁਣ ਤੱਕ ਸਰਕਾਰਾਂ ਨੇ, ਜਾਂ ਫਿਰ ਇੱਥੇ ਦੇ ਲੋਕ ਹੀ ਜਿਹੜੇ ਨੇ ਉਹ ਇੰਨੇ ਜ਼ਿਆਦਾ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਉਲਝੇ ਹੋਏ ਨੇ ਕਿ ਉਹਨਾਂ ਨੂੰ ਇਹਨਾਂ ਵੱਲ ਧਿਆਨ ਹੀ ਨਹੀਂ, ਜਾਂ ਲੀਡਰ ਧਿਆਨ ਦੇਣਾ ਨਹੀਂ ਚਾਹੁੰਦੇ। ਹਰਿਆਣੇ ਦੀ ਗੱਲ ਕਰਦਾ ਮੈਂ, ਉੱਥੇ ਜਿਹੜਾ ਸਕੂਲ ਹੈਗਾ 10th ਤੱਕ ਹੀ ਹੈਗਾ, ਐਡਾ ਵੱਡਾ ਕਸਬਾ ਹੈਗਾ, ਠੀਕ ਹੈ ਜੀ। ਉੱਥੇ +2 ਦਾ ਹੈ ਨਹੀਂ ਕੋਈ ਵੀ, ਬੱਚਿਆਂ ਨੂੰ ਜਾਂ ਉੱਥੇ ਆਉਣਾ ਪੈਂਦਾ ਭਿੱਖੋਵਾਲ ਬਾਗਪੁਰ ਆਉਣਾ ਪੈਂਦਾ, ਜਾਂ ਫਿਰ ਸ਼ਹਿਰ ਸਿਟੀ ਜਾਣਾ ਪੈਂਦਾ, ਜਾਂ ਫਿਰ ਭੁੰਗੇ ਜਾਣਾ ਪੈਂਦਾ। ਮਤਲਬ ਕਿ ਇਹਨਾਂ ਦੀ ਕੋਈ ਮੈਂਟੈਲਿਟੀ ਜਾਂ ਮੈਂਟਲ ਲੈਵਲ ਇੱਦਾਂ ਦਾ ਬਣਿਆ ਨਹੀਂ ਕਿ ਅਸੀਂ ਬੱਚਿਆਂ ਨੂੰ ਕਿਸੇ ਉੱਥੇ ਕੋਈ ਫੈਸਿਲਿਟੀਜ਼ ਦੇ ਦਈਏ ਆਪਾਂ। ਮੈਂ ਤਾਂ ਸਮਝਦਾ ਕਿ ਜਿਹੜੇ ਸਾਡੇ ਲੀਡਰ ਵੀ ਇੱਥੋਂ ਬਣ ਕੇ ਗਏ ਆ ਜਾਂ ਬਣੇ ਨੇ, ਕਦੀ ਵੀ ਇਸ ਬਾਰੇ ਸੋਚਿਆ ਹੀ ਨਹੀਂ। ਜਿਹੜੀ ਸਾਡੀ ਪ੍ਰਾਇਮਰੀ ਫੈਸਿਲਿਟੀਜ਼ ਹੁੰਦੀਆਂ, ਮੁੱਢਲੀ ਜਿਹੜੀ ਸਹੂਲਤਾਂ ਹੁੰਦੀਆਂ, ਐਜੂਕੇਸ਼ਨ, ਹੈਲਥ, ਇਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਇਸੇ ਕਰਕੇ ਨੈਗਲੈਕਟ ਹੁੰਦਾ ਤਾਂ ਮਤਲਬ ਕਿ ਸਾਨੂੰ ਆਜ਼ਾਦ ਦੇਖਣਾ ਪੈ ਰਿਹਾ। ਡਾਕਟਰ ਸਾਹਿਬ, ਜੇਕਰ 2022 ਦੇ ਵਿੱਚ ਇਲੈਕਸ਼ਨਸ ਆ ਰਹੀਆਂ ਨੇ, ਪਾਰਟੀ ਨਾਲ ਹਲਕੇ ਦੇ ਵਿਚਾਰ ਚਰਚੇ ਹੋਏ ਨੇ ਤੁਹਾਡੇ, ਜਾਂ ਤੁਹਾਡਾ ਕੀ ਪਲਾਨ ਹੈਗਾ ਹਲਕੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਤੁਹਾਡੀ ਸਰਕਾਰ ਇਸ ਹਲਕੇ ਦੇ ਵਿੱਚ ਆਉਂਦੀ ਹੈ, ਲੋਕ ਤੁਹਾਨੂੰ ਜਿਤਾਉਂਦੇ ਨੇ? ਅਸੀਂ ਬੇਸਿਕਲੀ ਕਨੈਕਟੀਵਿਟੀ ਰੱਖਾਂਗੇ ਆਪਾਂ, ਰੋਡ ਕਨੈਕਟੀਵਿਟੀ, ਅਤੇ ਸਟ੍ਰੈਸ ਸਾਡਾ ਹੋਊਗਾ ਤਾਂ ਹੈਲਥ ਅਤੇ ਐਜੂਕੇਸ਼ਨ 'ਤੇ ਹੀ ਹੋਏਗਾ। ਜੇ ਅਸੀਂ ਮੰਨ ਲਓ 3 ਚੀਜ਼ਾਂ ਅਸੀਂ ਦੇਤੀਆਂ ਆਪਾਂ, ਅਤੇ ਸਮਝਦਾ ਕਿ ਸਾਡਾ ਕੀ ਕਹਿੰਦੇ ਗੰਗਾ ਨਾ ਹੋ ਗਿਆ। ਕਿਉਂਕਿ 75 ਸਾਲ ਹੋ ਗਏ ਸਾਨੂੰ, ਲੋਕ ਅੱਜ ਕੱਲ੍ਹ ਚੰਦ 'ਤੇ ਪਹੁੰਚ ਗਏ ਨੇ, ਮੰਗਲ ਗ੍ਰਹਿ 'ਤੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ, ਅਤੇ ਸਾਡੇ ਜਿਹੜੇ ਲੀਡਰ ਹੈਗੇ ਉਹ ਹਜੇ ਗਲੀਆਂ ਨਾਲੀਆਂ ਦੇ ਉਦਘਾਟਨ ਕਰੀ ਜਾਂਦੇ ਹੈਗੇ। ਤੁਸੀਂ ਇੱਥੋਂ ਸੋਚ ਸਕਦੇ ਕਿ ਉਹਨਾਂ ਦਾ ਮੈਂਟਲ ਲੈਵਲ ਕੀ ਹੈਗਾ, ਕਿੱਥੇ ਤੱਕ ਉਹਨਾਂ ਦੀ ਸੋਚ ਹੈਗੀ। ਇੱਕ ਗਲੀ ਬਣਾਉਂਦੇ ਨਾਲ ਹੀ ਅਗਲੇ ਦਿਨ ਉਦਘਾਟਨ ਕਰਨ ਆ ਜਾਂਦੇ। ਪਰ ਸਾਨੂੰ ਇਹਨਾਂ ਗੱਲਾਂ ਤੋਂ ਪਰਾਂ ਉੱਠ ਕੇ ਆਪਣੇ ਭਵਿੱਖ ਵੱਲ ਲੰਬੀ ਸੋਚ ਰੱਖ ਕੇ ਚੱਲਣਾ ਚਾਹੀਦਾ। ਜੇ ਅਸੀਂ ਹੈਲਥ ਦੇਤੀ ਚੰਗੀ, ਜਾਂ ਅਸੀਂ ਆਪਾਂ ਐਜੂਕੇਸ਼ਨ ਦੇਤੀ ਚੰਗੀ, ਮੈਂ ਕਹਿੰਦਾ ਕਿ ਅਸੀਂ ਆਪਣਾ ਭਵਿੱਖ ਜਿਹੜਾ ਹੈਗਾ ਸੁਰੱਖਿਅਤ ਕਰ ਲਿਆ ਆਪਾਂ। ਤੇ ਤੁਸੀਂ ਦਿੱਲੀ ਮਾਡਲ ਮੈਨੂੰ ਲੱਗਦਾ ਦੇਖ ਕੇ ਆਏ ਹੋਵੋਗੇ ਲਾਜ਼ਮੀ ਸਿੱਖਿਆ ਦਾ। ਨਹੀਂ, ਬਿਲਕੁਲ ਅਸੀਂ ਤਾਂ ਉਹ ਜਾਂਦੇ ਰਹੀਦਾ, ਮੀਟਿੰਗਸ ਵੀ ਹੁੰਦੀਆਂ, ਸਾਨੂੰ ਵੀ ਵੋਲੰਟਰਲੀ ਵੀ ਕਾਲ ਆਉਂਦੀ ਕਿ ਤੁਸੀਂ ਆ ਕੇ ਦੇਖੋ, ਤੁਸੀਂ ਹਸਪੀਟਲ ਸਕੂਲ ਸਾਰੇ ਦੇਖੋ। ਤੇ ਚਲੋ ਵੀ ਡੋਂਟ ਦਿੱਲੀ ਕੋ ਸਾਡੇ ਕੋਲ ਹਜੇ ਕੋਈ ਪਾਵਰ ਇੰਨੀ ਜ਼ਿਆਦਾ ਨਹੀਂ ਹੈਗੀ, ਅਤੇ ਪੰਜਾਬ ਵਿੱਚ ਤਾਂ ਸਾਡੇ ਕੋਲ ਫੁੱਲ ਪਾਵਰ ਹੈਗੀ ਆ। ਅਤੇ ਮੈਂ ਤਾਂ ਇਹੀ ਕਹੂੰਗਾ ਕਿ ਹੁਣ ਲੋਕ ਕਹਿੰਦੇ ਦਿੱਲੀ ਮਾਡਲ ਦੀ ਗੱਲ ਕਰਦੇ, ਦਿੱਲੀ ਮਾਡਲ ਤੁਸੀਂ ਕਿਉਂ ਕਹਿੰਦੇ? ਮੈਂ ਕਿਹਾ 2022 ਜੋ ਸਾਡੀ ਪੰਜਾਬ 'ਚ ਸਰਕਾਰ ਬਣ ਜੂਗੀ, ਫਿਰ ਪੰਜਾਬ ਮਾਡਲ ਦੀ ਹੀ ਗੱਲ ਹੋਊਗੀ, ਕਿਉਂਕਿ ਅਸੀਂ ਦਿੱਲੀ ਨਾਲੋਂ ਕਾਫੀ ਵਧੀਆ ਪੰਜਾਬ ਨੂੰ ਆਪਾਂ ਡਿਵੈਲਪ ਕਰਨਾ, ਵਿਕਸਿਤ ਕਰਨਾ, ਅਤੇ ਹਰ ਪਾਸੇ ਪੂਰੇ ਦੇਸ਼ ਵਿੱਚ ਅਤੇ ਪੂਰੀ ਦੁਨੀਆ ਵਿੱਚ ਹੀ ਪੰਜਾਬ ਮਾਡਲ ਦੀ ਹੀ ਗੱਲ ਹੋਇਆ ਕਰੇਗੀ ਅੱਗੇ ਤੋਂ। ਡਾਕਟਰ ਸਾਹਿਬ, ਇੱਕ ਸਵਾਲ ਹੈਗਾ ਕਿ ਫ੍ਰੀ ਵਾਲਾ ਲੋਲੀਪੌਪ ਦੇਣ ਦੇ ਵਿੱਚ ਲੀਡਰ ਜਿਹੜੇ ਲੱਗੇ ਹੋਏ ਨੇ, ਤੁਹਾਡੇ ਵਾਲੇ ਪਾਸੇ ਵੀ ਉਹੀ ਕੁਝ ਹੋ ਰਿਹਾ? ਕੰਪੈਰੀਟਿਵਲੀ ਰੋਜ਼ਗਾਰ ਦੇਣ ਦੀ ਗੱਲ ਹੋਣੀ ਚਾਹੀਦੀ ਹੈ, ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੀ ਗੱਲ ਹੋਣੀ ਚਾਹੀਦੀ ਹੈ। ਔਰ ਕਿਉਂ ਤੁਹਾਨੂੰ ਨਹੀਂ ਲੱਗਦਾ ਕਿ ਅਗਰ ਅਸੀਂ ਫ੍ਰੀ ਵਾਲਾ ਲੋਲੀਪੌਪ ਦੇ ਰਹੇ ਹਾਂ ਤਾਂ ਲੋਕਾਂ ਨੂੰ, ਅਸੀਂ ਆਪਣੇ ਵੋਟਰਾਂ ਨੂੰ, ਨੌਜਵਾਨਾਂ ਨੂੰ ਅਪੰਗ ਬਣਾਉਣ ਵਾਲੇ ਪਾਸੇ ਤੁਰੇ ਹਾਂ? ਨਹੀਂ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਉਹ ਤਾਂ ਸਾਡਾ ਹੀ ਪੈਸਾ ਸਾਨੂੰ ਵਾਪਸ ਮੁੜ ਰਿਹਾ ਹੈਗਾ। ਅਤੇ ਚਲੋ ਅਸੀਂ ਇਲੈਕਟ੍ਰੀਸਿਟੀ ਦਾ ਜ਼ਰੂਰ ਆਪਾਂ ਕੀਤਾ ਹੈਗਾ, ਇੱਕ ਪਾਰਟ ਹੈਗਾ। ਹੁਣ ਅਗਲੇ ਐਪੀਸੋਡ ਵਿੱਚ ਜਿਹੜਾ ਅਗਲਾ ਆਊਗਾ ਸਾਨੂੰ ਵਾਰੰਟੀ ਹੋਗੀ, ਉਹ ਰੋਜ਼ਗਾਰ ਵਾਸਤੇ ਆਊਗੀ। ਸਾਰੇ ਵਰਗਾਂ ਲਈ ਅਸੀਂ ਆਪਾਂ ਗਰੰਟੀ ਲੈ ਕੇ ਆ ਰਹੇ, ਵਾਰੰਟੀ ਲੈ ਕੇ ਆ ਰਹੇ। ਜ਼ਰੂਰੀ ਨਹੀਂ ਕਿ ਅਸੀਂ ਲੋਲੀਪੌਪ ਦੇ ਰਹੇ, ਅਸੀਂ ਰੋਜ਼ਗਾਰ ਦਾ ਵੀ ਆਪਾਂ ਵਾਰੰਟੀ ਆਪਾਂ ਲੈ ਕੇ ਆਵਾਂਗੇ। ਮੋਸਟ ਲਾਈਕਲੀ ਵਿਦਿਨ ਅ ਫਿਊ ਵੀਕਸ ਆ ਜਾਣੀ ਹੈਗੀ। ਸਾਡਾ ਪਲਾਨ ਸੈਕਿੰਡ ਹੈਗੀ ਹੈ ਐਕਟੀਵਿਟੀ, ਉਹ ਇਹਦੇ 'ਤੇ ਹੀ ਹੈਗੀ ਜੀ। ਕਹਿ ਰਹੇ ਨੇ ਜੀ ਇਹ ਤਾਂ ਪੀਕੇ ਹੋਰਾਂ ਦੀ ਕਾਪੀ ਕਰਨ ਲੱਗੇ ਹੋਏ ਨੇ। ਪਹਿਲਾਂ ਉਹਨਾਂ ਨੇ ਨੌਕਰੀਆਂ ਵਾਸਤੇ, ਸਮਾਰਟਫੋਨ ਵਾਸਤੇ ਕਾਰਡ ਵੰਡੇ, ਤੇ ਹੁਣ ਆਮ ਆਦਮੀ ਪਾਰਟੀ ਵਾਲੇ ਆਪਣੀਆਂ ਗਰੰਟੀਆਂ ਦੇਈ ਜਾਂਦੇ ਨੇ। ਨਹੀਂ, ਸਹੀ ਗੱਲ ਆ, ਉਹਨਾਂ ਨੇ ਕੀਤਾ, ਉਹਨਾਂ ਨੇ ਸ਼ੁਰੂ ਕੀਤੀ, ਪਰ ਉਹਨੂੰ ਪੂਰਾ ਨਹੀਂ ਕਰ ਸਕੇ, ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੇ, ਉਹਦੇ ਵਿੱਚ ਸਕਸੈਸਫੁਲ ਨਹੀਂ ਹੋ ਸਕੇ। ਸਾਡੀ ਰੈਲੀ ਸੀਗੀ ਅਰਵਿੰਦ ਕੇਜਰੀਵਾਲ ਕੋਵਿਡ ਤੋਂ ਬਾਅਦ ਪਹਿਲਾਂ ਜਦੋਂ ਆਏ ਸੀਗੇ, ਉਹਨਾਂ ਨੇ ਸਟੇਜ 'ਤੇ ਖੁਦ ਕਿਹਾ ਸੀ ਕਿ ਜਿਹੜੇ ਕੈਪਟਨ ਸਾਹਿਬ ਨੇ ਤੁਹਾਨੂੰ ਕਾਰਡ ਦਿੱਤੇ ਆ ਉਹ ਸੰਭਾਲ ਕੇ ਰੱਖਿਓ, ਅਸੀਂ ਉਹਨਾਂ ਕਾਰਡਾਂ 'ਤੇ ਹੀ ਤੁਹਾਨੂੰ ਅਸੀਂ ਜਿਹੜੀ ਉਹ ਗਰੰਟੀ ਜਾਂ ਪੂਰਾ ਨੌਕਰੀ ਨਹੀਂ ਦੇ ਸਕੇ, ਅਸੀਂ ਤੁਹਾਨੂੰ ਉਸ ਨੌਕਰੀ ਦੇਵਾਂਗੇ, ਅਸੀਂ ਕੰਮ ਕਰਕੇ ਦਿਖਾਵਾਂਗੇ ਆਪਾਂ। ਕਿਤੇ ਨਾ ਕਿਤੇ ਇਸ ਹਲਕੇ 'ਚ ਧੜੇਬੰਦੀ ਦਾ ਵੀ, ਜਿਹੜੀ ਸੱਤਾ ਧਿਰ ਦੇ ਵਿੱਚ ਧੜੇਬੰਦੀ ਚੱਲ ਰਹੀ ਹੈ, ਉਹਦਾ ਵੀ ਕਿਤੇ ਨਾ ਕਿਤੇ ਨੁਕਸਾਨ ਹੋਇਆ। ਉਹ ਤਾਂ ਮੈਂ ਕਹੂੰਗਾ ਦੇ ਆਰ ਹੰਗਰੀ ਫॉर ਪਾਵਰ, ਹੋਰ ਕੁਝ ਨਹੀਂ ਹੈਗਾ। ਉਹਨਾਂ ਨੂੰ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੂੰ ਸਿਰਫ ਇੰਨਾ ਪਤਾ ਮੈਂ ਉੱਪਰ ਕਿੱਦਾਂ ਹੋ ਜਾਵਾਂ, ਮੇਰੇ ਨਾਲ ਐਮਐਲਏ ਕਿੰਨੇ ਆ ਜਾਣ, ਮੇਰੀ ਲੱਤ ਕਿੱਦਾਂ ਉੱਪਰ ਹੋ ਜਾਵੇ, ਅਤੇ ਮੈਂ ਕਿੱਦਾਂ ਅੱਗੇ ਸੀਐਮ ਫੇਸ ਬਣ ਜਾਵਾਂ, ਜਾਂ ਮੈਨੂੰ ਕੁਰਸੀ ਕਿੱਦਾਂ ਮਿਲ ਜਾਵੇ। ਦੇ ਹੈਵ ਗੋਟ ਨਥਿੰਗ ਟੂ ਡੂ ਵਿਦ ਦ ਪੀਪਲ ਆਫ ਪੰਜਾਬ ਐਂਡ ਲਾਈਕ ਪੰਜਾਬ। ਕੋਈ ਮਤਲਬ ਨਹੀਂ ਉਹਨਾਂ ਨਾਲ, ਬਸ ਆਪਣੀ ਲੜਾਈ 'ਚ ਲੱਗੇ ਨੇ ਜੀ ਉਹ। ਡਾਕਟਰ ਸਾਹਿਬ, ਇੱਕ ਗੱਲ ਦਾ ਨਾ ਇਮਾਨਦਾਰੀ ਨਾਲ ਜਵਾਬ ਦਿਓ, ਜੇਕਰ ਤੁਹਾਨੂੰ ਵੋਟਾਂ ਪੈਂਦੀਆਂ ਨੇ, ਤੁਸੀਂ ਐਮਐਲਏ ਬਣਦੇ ਹੋ, ਤੁਹਾਡਾ ਐਕਸੈਸ ਇੰਨਾ ਹੀ ਆਸਾਨ ਰਹੇਗਾ ਜਿੰਨਾ ਹੋਣਾ ਹੈ? ਮੈਂ ਦੇਖਿਆ ਤੁਸੀਂ ਕੈਂਪ ਦੇ ਵਿੱਚ ਵੀ ਆਪ ਬੈਠੇ ਸੀ, ਇੱਥੇ ਤੁਸੀਂ ਦਫ਼ਤਰ ਦੇ ਵਿੱਚ ਵੀ ਬੈਠੇ ਮਰੀਜ਼ ਦੇਖੀ ਜਾ ਰਹੇ ਹੋ, ਹਸਪੀਟਲ ਦੇ ਵਿੱਚ ਤਾਂ ਤੁਸੀਂ ਦੇਖਣੀ ਹੈ। ਇੰਨਾ ਆਸਾਨ ਐਕਸੈਸ
ਭਰੋਸਾ ਦੇ ਸਕਦੇ ਹੋ ਲੋਕਾਂ ਨੂੰ, ਵੋਟਰਾਂ ਨੂੰ? ਨਹੀਂ, ਜ਼ਰੂਰ। ਮੈਂ ਦੇਖੋ ਆਪਣੇ ਆਪ ਨੂੰ ਲੱਕੀ ਸਮਝਦਾ, ਖੁਸ਼ਕਿਸਮਤ ਸਮਝਦਾ ਕਿ ਜਿਹੜਾ ਕਿ ਸਾਨੂੰ ਵਾਹਿਗੁਰੂ ਜੀ ਨੇ ਸਾਨੂੰ ਇਸ ਲਾਈਨ 'ਚ, ਇਸ ਮੈਡੀਕਲ ਪ੍ਰੋਫੈਸ਼ਨ 'ਚ ਪਾਇਆ ਹੈਗਾ। ਪ੍ਰਾਇਮਰੀ ਤਾਂ ਪਹਿਲਾਂ ਤਾਂ ਮੈਂ ਇਹੀ ਡਾਕਟਰ ਹੀ ਹੈਗਾ ਮੈਂ ਨਾ, ਲਾਈਕ ਮੇਰੀ ਜੇ ਪਹਿਚਾਣ ਬਣੀ ਮੇਰੇ ਡਾਕਟਰੀ ਪੇਸ਼ੇ ਤੋਂ ਬਣੇ ਆ, ਤੇ ਮੈਂ ਕਦੀ ਨਹੀਂ ਛੱਡ ਸਕਦਾ। ਜਿੱਥੇ ਵੀ ਸਾਨੂੰ, ਅਸੀਂ ਮੀਟਿੰਗਸ 'ਤੇ ਵੀ ਜਾਂਦੇ, ਲੋਕ ਵੀ ਸਾਨੂੰ ਕਹਿੰਦੇ ਡਾਕਟਰ ਸਾਹਿਬ ਕੰਸਲਟ ਕਰਨਾ, ਮੈਂ ਤਾਂ ਉੱਥੇ ਵੀ ਮੈਂ ਲਿਖ ਦਿੰਦਾ, ਦੋਹੇ ਲਿਖ ਦਿੰਦਾ ਹੁੰਦਾ। ਅਸੀਂ ਇੱਦਾਂ ਹੀ ਲੋਕਾਂ ਨਾਲ ਬਾਅਦ 'ਚ ਵਿਚਰਾਂਗੇ ਆਪਾਂ ਨਾ, ਕੋਈ ਚੇਂਜ ਨਹੀਂ ਆਊਗੀ ਸਾਡੇ ਵਿੱਚ। ਤੇ ਫਿਰ ਇੱਥੇ ਦੇ ਸ਼ਾਮ 84 ਦੀ ਜਿਹੜੀ ਸਿਆਸੀ ਸਿਹਤ ਵੀ ਵਿਗੜੀ ਹੋਈ ਹੈ ਇਸ ਵੇਲੇ, ਤੇ ਫਿਰ ਉਹਦਾ ਕੋਈ ਟ੍ਰੀਟਮੈਂਟ ਲਿਖੋਗੇ? ਕੋਈ ਤੁਸੀਂ ਤਿਆਰ ਕੀਤਾ, ਉਹਦਾ ਇਲਾਜ ਤਿਆਰ ਕੀਤਾ? ਕਿਹੋ ਜਿਹੀ ਜਿਹੜੀ ਦਵਾਈਆਂ ਨੇ ਲੋਕਾਂ ਨੂੰ ਖਵਾਉਣੀਆਂ ਨੇ, ਲੀਡਰਾਂ ਨੂੰ ਖਵਾਉਣੀਆਂ ਤੁਸੀਂ? ਉਹਦੀ ਵੈਕਸੀਨ ਤਿਆਰ ਹੋ ਰਹੀ ਹੈ ਝਾੜੂ ਸ਼ੀਲਡ ਦੇ ਨਾਂ ਤੇ। ਉਹ ਕੈਪਟਨ ਤੇ ਬਾਦਲ ਦੋਨਾਂ ਨੂੰ ਅਸੀਂ ਟੀਕੇ ਲਾ ਕੇ ਭਰ ਕੇ ਉਹਨਾਂ ਨੂੰ ਭਜਾਵਾਂਗੇ ਆਪਾਂ, ਤੇ 2022 ਵਿੱਚ ਝਾੜੂ ਸਰਕਾਰ ਬਣੂਗੀ, ਤੇ ਅਸੀਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਾਂਗੇ। ਜਿੱਦਾਂ ਦਿੱਲੀ ਵਿੱਚ ਅਸੀਂ ਜੋ ਕਿਹਾ ਅਸੀਂ ਕਰਕੇ ਦਿਖਾਇਆ, ਪੰਜਾਬ ਵਿੱਚ ਵੀ ਜੋ ਅਸੀਂ ਕਹਾਂਗੇ ਉਹ ਕਰਕੇ ਦਿਖਾਵਾਂਗੇ। ਤੇ ਪਿਛਲੀ ਵਾਰ ਤੋਂ ਕੁਝ ਸਿੱਖਿਆ ਜੀ? ਨੈਕ ਟੂ ਨੈਕ ਫਾਈਟ ਰਹੀ 3600, ਕੁਝ ਤਾਂ ਮਾਜਰਨ ਜਿਹੜਾ ਸੀ ਫਾਸਲਾ ਸੀ, ਤੇ ਉਸ ਤੋਂ ਬਾਅਦ ਕੀ ਸਮਝ ਲੱਗਿਆ? ਕਿਉਂਕਿ ਉਸ ਵੇਲੇ ਤੁਸੀਂ ਵੀ ਨਵੇਂ ਖਿਡਾਰੀ ਸੀ ਸਿਆਸਤ ਦੇ, ਤੇ ਉਸ ਤੋਂ ਬਾਅਦ ਕੁਝ ਸਿੱਖਿਆ ਉਸ ਚੀਜ਼ ਤੋਂ? ਜੀ, ਦੈਟ ਵਾਜ਼ ਆਵਰ ਫਰਸਟ ਲਾਈਕ ਇਲੈਕਸ਼ਨ। ਅਸੀਂ ਪਹਿਲੀ ਵਾਰ ਇਲੈਕਸ਼ਨ ਕੰਟੈਸਟ ਕੀਤੀ ਸੀਗੀ, ਤੇ ਕਾਫੀ ਕੁਝ ਸਾਨੂੰ ਸਿੱਖਣ ਨੂੰ ਮਿਲਿਆ। ਅਸੀਂ ਰੋਡ ਮੈਪ ਪੂਰਾ ਇਹਨੂੰ ਦੇਖਿਆ। ਤੁਸੀਂ ਸੋਚ, ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ, ਜੋ ਤੁਸੀਂ ਸੋਚ ਕੇ ਸਿਆਸਤ ਦੇ ਵਿੱਚ ਆਏ ਸੀ, ਕੀ ਸਿਆਸਤ ਉਦਾਂ ਦੀ ਹੈ? ਨਹੀਂ, ਇਟਸ ਅ ਵੈਰੀ ਲਾਈਕ ਨਾ, ਬਹੁਤ ਡਰਟੀ ਹੈਗੀ ਆ, ਬਹੁਤ ਕੁਝ ਸਾਨੂੰ ਦੇਖਣਾ ਪੈਂਦਾ, ਕੁਝ ਕਰਨਾ ਪੈਂਦਾ, ਕਈ ਕੁਝ। ਬਟ ਅਸੀਂ ਜਿੰਨਾ ਚਿਰ ਅਸੀਂ ਵਿੱਚ ਆਵਾਂਗੇ ਨਹੀਂ, ਆਪਾਂ ਉਹਨਾਂ ਚਿਰ ਰਿਸਕ ਲਈ ਨਹੀਂ ਕਰ ਸਕਦੇ ਆਪਾਂ। ਜੇ ਹੁਣ ਸਾਨੂੰ ਹਮੇਸ਼ਾ ਕਹਿੰਦੇ ਡਾਕਟਰ ਸਾਹਿਬ ਤੁਸੀਂ ਕੀ ਕਰਨਾ, ਤੁਸੀਂ ਇੰਨੀ ਮਿਹਨਤਾਂ ਕੀਤੀਆਂ, ਤੁਸੀਂ ਹਸਪੀਟਲ ਤੁਹਾਡਾ ਠੀਕ ਚੱਲਦਾ, ਵਧੀਆ ਚੱਲ ਰਿਹਾ, ਮੇਰਾ ਵੀ ਸਵਾਲ ਇਹੀ ਸੀ ਕਿ ਤੁਹਾਨੂੰ ਕੀ ਲੋੜ ਹੈ, ਅਕਸਰ ਇਹੀ ਸੋਚਦੇ ਜੀ। ਆ ਜਾ ਜੇ ਹੁਣ ਅਸੀਂ ਨਹੀਂ ਆਵਾਂਗੇ, ਸਾਡੀ ਜਗ੍ਹਾ ਕੋਈ ਹੋਰ ਲੈ ਲਊਗਾ ਫਿਰ ਨਾ। ਜੇ ਅਸੀਂ ਉਹਨਾਂ ਨੂੰ ਪਿੱਛੇ ਨਹੀਂ ਕਰਾਂਗੇ ਤਾਂ ਫਿਰ ਸਿਸਟਮ ਚੇਂਜ ਨਹੀਂ ਹੋਣਾ। ਸਿਸਟਮ ਚੇਂਜ ਕਰਨ ਲਈ ਆ ਗਏ। ਜੋ ਇੱਕ ਵਾਰੀ ਸਿਸਟਮ ਚੇਂਜ ਹੋ ਗਿਆ, ਸਾਡੇ ਵਰਗੇ ਹੋਰ ਬੰਦੇ, ਕਈ ਸਾਡੇ ਤੋਂ ਵੀ ਵਧੀਆ ਬੰਦੇ ਆ ਗਏ, ਅਸੀਂ ਆਪਣੇ ਪਿੱਛੇ ਹਟ ਜਾਵਾਂਗੇ, ਉਹਨਾਂ ਨੂੰ ਮੌਕਾ ਦੇ ਦਾਂਗੇ ਆਪਾਂ। ਪਿਛਲੀ ਵਾਰ ਕੀ ਘਟ ਰਹੀ? ਪਿਛਲੀ ਵਾਰੀ ਦੇਵਰ ਲਾਈਕ ਮਲਟੀਪਲ ਫੈਕਟਰਸ, ਤੇ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਸੀਗੀ, ਜਿਹੜਾ ਇਹਨਾਂ ਦਾ ਉਹ ਆਪਸ ਸੰਗਠਨ ਜਿਹੜਾ ਬਣ ਗਿਆ, ਜਾਂ ਗੱਠਜੋੜ ਹੋ ਗਏ ਅਕਾਲੀ ਦਲ ਤੇ ਕਾਂਗਰਸ ਦੀ। ਸਾਡੇ ਹਲਕੇ 'ਚ ਖੁਦ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਸੀ, ਬੀਬੀ ਮਹਿੰਦਰ ਕੌਰ ਜੋਸ਼ ਜੀ, ਉਹਨਾਂ ਨੇ ਖੁਦ ਸਟੇਜਾਂ 'ਤੇ, ਖੁਦ ਮਾਈਕ 'ਤੇ ਕਿਹਾ ਕਿ ਜੇ ਤੁਸੀਂ ਮੈਨੂੰ ਵੋਟ ਨਹੀਂ ਪਾਣੀ, ਮੇਰੇ ਪਾਸੇ ਮੇਰਾ ਭਰਾ ਦੂਜੇ ਪਾਸੇ ਖੜਾ ਹੈ ਪਵਨ ਆਦੀਆ ਜੀ, ਤੁਸੀਂ ਉਹਨਾਂ ਨੂੰ ਵੋਟ ਪਾ ਦਿਓ। ਕਿ ਉਹਨਾਂ ਨੂੰ ਇੰਨਾ ਡਰ ਸੀ ਝਾੜੂ ਤੋਂ, ਕਹਿੰਦੇ ਜੇ ਝਾੜੂ ਅੱਗੇ ਆ ਗਿਆ ਸਾਡੇ ਸਾਰਿਆਂ ਦੇ ਕੰਮ ਧੰਦੇ ਬੰਦ ਹੋ ਜਾਣੇ, ਜਿਹੜੇ ਇਲੀਗਲ ਨਜਾਇਜ਼ ਚੱਲਦੇ ਨੇ ਸਾਰੇ ਬੰਦ। ਕੀ ਤੁਹਾਨੂੰ ਕੀ ਲੱਗਦਾ ਕੀ ਚੱਲਦੇ ਨੇ ਇੱਥੇ? ਮਾਈਨਿੰਗ ਚੱਲਦੀ ਹੈ, ਮਾਈਨਿੰਗ ਚੱਲਦੀ, ਰੇਤ ਮਾਫੀਆ ਹਜੇ ਵੀ ਚੱਲਦਾ, ਲੋਕ ਬੜੇ ਪਰੇਸ਼ਾਨ। ਇੱਕ ਤਾਂ ਮਿਲਦੀ ਨਹੀਂ, ਜੇ ਮਿਲਦੀ ਤਾਂ ਬੜੀ ਮਹਿੰਗੀ ਮਿਲਦੀ ਆ, ਤੇ ਟਿੱਪਰ ਇਹਨਾਂ ਦੇ ਚੱਲਦੇ, ਦੋਨਾਂ ਦੇ ਬਰਾਬਰ ਦੇ ਹਿੱਸੇ 'ਚ। ਅਗਰ ਕੋਈ ਟਰਾਲੀ ਵਾਲਾ ਲੈ ਜਾਏ, ਕਹਿੰਦੇ ਵੀ ਪਰਚਾ ਦਰਜ ਕਰ ਦਿੰਦੇ ਨੇ, ਅਗਰ ਕੋਈ ਘਰ ਵਾਸਤੇ ਟਰਾਲੀ ਭਰ ਕੇ ਲੈ ਜਾਏ। ਜੀ, ਪਰਚੇ ਉਹਨਾਂ ਦੇ ਦਰਜ ਹੁੰਦੇ ਨੇ ਜਿਹੜੇ ਘਰ ਵਾਸਤੇ ਟਰਾਲੀ ਭਰ ਕੇ ਲੈ ਜਾਂਦੇ ਨੇ। ਇਹਨਾਂ ਦੇ ਪਰਚੇ ਦਰਜ ਨਹੀਂ ਹੁੰਦੇ, ਜਿਹੜੇ ਇਹਨਾਂ ਦੇ ਟਿੱਪਰ ਚੱਲਦੇ, ਟਰਾਲੀਆਂ ਚੱਲਦੀਆਂ, ਉਹਨਾਂ ਦੇ ਨਹੀਂ ਹੁੰਦੇ। ਜਿਹੜਾ ਆਮ ਬੰਦਾ, ਜਿਹੜਾ ਕੋਈ ਮਾੜਾ ਮੋਟਾ ਇੱਥੇ ਉਹਨੇ ਆਪਣੀ ਕੰਸਟਰਕਸ਼ਨ ਕਰਨੀ ਹੋਵੇ, ਤੇ ਉਹਨੂੰ ਫੜ ਕੇ ਉੱਥੇ ਉਹਦੀ ਟਰਾਲੀ ਉੱਥੇ ਕੀ ਕਹਿੰਦੇ ਥਾਣੇ ਲੈ ਜਾਂਦੇ ਨੇ। ਇਹ ਬੜੀ ਇਹ ਨਜਾਇਜ਼ ਤੇ ਗਲਤ ਹੈਗੀ ਆ। ਮਤਲਬ ਕਿ ਆਮ ਬੰਦੇ ਦੀ ਮੈਂ ਕਹੂੰਗਾ ਕਿ ਇੱਥੇ ਕੋਈ ਜ਼ਿੰਦਗੀ ਨਹੀਂ ਰਹੀ, ਮਤਲਬ ਕਿ ਬਹੁਤ ਬੜਾ ਔਖਾ ਲਾਈਫ ਹੋ ਚੁੱਕੀ ਕਾਮਨ ਮੈਨ ਦੀ। ਕਿੱਦਾਂ ਦੀਆਂ ਸਮੱਸਿਆਵਾਂ ਲੈ ਕੇ ਤੁਹਾਡੇ ਕੋਲ ਆਉਂਦੇ ਨੇ ਲੋਕ? ਕੈਂਪਾਂ ਦੇ ਵਿੱਚ ਵੀ ਤੁਸੀਂ ਸਿਆਸੀ ਬਿਮਾਰੀਆਂ ਵੀ ਦੂਰ ਕਰਨ ਲੱਗੇ ਹੋਏ ਸੀ, ਸਰੀਰਕ ਬਿਮਾਰੀਆਂ ਵੀ ਦੂਰ ਕਰਨ ਲੱਗੇ ਸੀ। ਸਿਆਸੀ ਬਿਮਾਰੀਆਂ ਕਿਹੋ ਜਿਹੀਆਂ ਲੋਕ ਲੈ ਕੇ ਆਉਂਦੇ ਨੇ, ਕਿਹੋ ਜਿਹੀ ਐਕਸਪੈਕਟੇਸ਼ਨਸ ਉਹਨਾਂ ਨੂੰ ਆਪਣੇ ਲੀਡਰਾਂ ਤੋਂ ਸੀ, ਤੇ ਕਿਸ ਤਰੀਕੇ ਨਾਲ ਫੁੱਲਫਿਲ ਨਹੀਂ ਹੋ ਸਕੀ ਉਹ ਚੀਜ਼? ਜਿਹੜਾ ਹੌਟ ਟੌਪਿਕ ਹੈਗਾ ਉਹ ਤਾਂ ਜਿੱਦਾਂ ਤੁਸੀਂ ਸ਼ੁਰੂ ਕੀਤਾ, ਉਹ ਤਾਂ ਬੇਰੁਜ਼ਗਾਰੀ ਹੈਗੀ, ਯੂਥ ਦਾ ਹੀ ਹੈਗਾ। ਅੱਜ ਵੀ ਉੱਥੇ ਗਏ ਸੀ, ਲੇਡੀਜ਼ ਕਹਿੰਦੇ ਅਸੀਂ ਬੜੇ ਪਰੇਸ਼ਾਨ ਨੇ ਕਿ ਬੱਚੇ ਕੀ ਕਹਿੰਦੇ 8 ਵਜੇ ਚਲੇ ਜਾਂਦੇ ਆ, ਕਈ ਦਿਹਾੜੀਆਂ ਕਰਨ ਰਾਤ ਨੂੰ 8 ਵਜੇ ਆਉਂਦੇ ਨੇ, ਮਸੀਂ 300-400 ਰੁਪਇਆ ਮਿਲਦਾ ਹੈਗਾ, ਤੇ ਇੰਨੀ ਮਹਿੰਗਾਈ ਵਿੱਚ ਬੜਾ ਔਖਾ ਜੀਵਨ ਹੈ। ਪ੍ਰਾਇਮਰੀ ਫਸਟ ਮੋਸਟ ਇਹੀ ਹੈਗੇ ਕਿ ਜਿਹੜੀ ਅਨਇੰਪਲੋਇਮੈਂਟ ਹੈਗੀ ਹੈ, ਯੂਥ ਜਿਹੜਾ ਵਿਹਲਾ ਘੁੰਮ ਰਿਹਾ ਹੈਗਾ, ਉਹਦੀ ਬੜੀ ਮਤਲਬ ਦਿੱਕਤ ਹੈਗੀ ਹੈ। ਦੂਜੀ ਗੱਲ ਕਿ ਹਜੇ ਸਟਿਲ ਨਸ਼ਾ ਵੀ ਉਸ ਤਰ੍ਹਾਂ ਹੀ ਚੱਲ ਰਿਹਾ ਹੈਗਾ, ਕਿਤੇ ਕੋਈ ਰੋਕਥਾਮ ਨਹੀਂ ਹੈਗੀ। ਵਿੱਚ ਹੀ ਐਡਮਿਨਿਸਟ੍ਰੇਸ਼ਨ ਆ, ਵਿੱਚ ਹੀ ਡਿਪਾਰਟਮੈਂਟ ਹੈਗਾ, ਪੁਲਿਸ ਐਡਮਿਨਿਸਟ੍ਰੇਸ਼ਨ ਵੀ ਵਿੱਚ ਹੀ, ਸਾਰੇ ਵਿੱਚ ਮਤਲਬ ਕਿ ਇਹ ਲੱਗੇ ਹੋਏ ਨੇ, ਸਾਰਿਆਂ ਨੂੰ ਆਪਣਾ ਹਿੱਸਾ ਆ ਰਿਹਾ ਹੈਗਾ।
ਤੇ ਪੂਰਾ ਸਿਸਟਮ ਹੀ ਇਹਨਾਂ ਨੇ ਇਦਾਂ ਦਾ ਕਰ ਲਿਆ ਕਿ ਇਹਨਾਂ ਨੂੰ ਰੋਕਣਾ ਕੀ ਕਹਿੰਦੇ, ਇਹ ਆਪ ਤਾਂ ਜੇ ਆਪ ਹੀ ਪੈਸੇ ਲਓਗੇ ਤਾਂ ਫਿਰ ਤੁਸੀਂ ਕਿੱਦਾਂ ਮਤਲਬ ਕਿ ਤੁਸੀਂ ਰੋਕ ਸਕਦੇ। ਜੇ ਬੰਦਾ ਹੀ ਕਹੇ, ਟੌਪ ਆਫੀਸਰ ਹੀ ਕਹੇ ਕਿ ਮੈਨੂੰ ਇੰਨੇ ਸ਼ਾਮ ਤੱਕ ਇੰਨੇ ਪੈਸੇ ਚਾਹੀਦੇ ਆ, ਤੇ ਜਿਹੜਾ ਥੱਲੇ ਲੋਅਰ ਆਫੀਸਰ ਹੈਗਾ, ਲੋਅਰ ਰੈਂਕ ਦਾ ਬੰਦਾ, ਉਹਨੂੰ ਤਾਂ ਫਰੀडम ਹੋ ਜਾਂਦੀ ਆ ਕਿ ਮੈਂ ਚਲੋ 10,000 ਇਕੱਠੇ ਕਰੂੰਗਾ ਤੇ 5,000 ਉੱਪਰ ਦੇ ਦੂੰਗਾ, 5,000 ਆਪਣੀ ਜੇਬ 'ਚ ਪਾ ਲੂੰਗਾ। ਜੇ ਉਹੀ ਬੰਦਾ ਉੱਪਰਲਾ ਟੌਪ ਮੋਸਟ ਲੀਡਰ ਹੋਵੇ ਜਾਂ ਕਹੇ ਕਿ ਕਿਸ ਖਬਰਦਾਰ ਕਿਸੇ ਨੇ ਤੁਸੀਂ ਕਿਸੇ ਕੋਲ ਪੈਸਾ ਲਿਆ ਜਾਂ ਕੋਈ ਧੱਕਾ ਕੀਤਾ ਤਾਂ ਫਿਰ ਦੇਖ ਲਿਓ ਤੁਹਾਡਾ ਉਹ ਆਖਰੀ ਦਿਨ ਹੋਣਾ ਤੁਹਾਡੀ ਜੋਬ ਦਾ, ਕਿਤੇ ਕੀ ਮਜ਼ਾ ਲਓ ਤੇ ਆਫੀਸਰ ਦੀ ਇੱਦਾਂ ਕੰਮ ਕਰੇ ਉਹ। ਤੇ ਫਿਰ ਤੁਸੀਂ ਵੀ ਇਸ ਵਾਰ ਨਸ਼ਿਆਂ ਦੇ ਮੁੱਦੇ ਤੇ ਕੇਜਰੀਵਾਲ ਹੋਰਾਂ ਤੋਂ ਬੁਲਾ ਕੇ ਪੰਜਾਬ ਜਾਂ ਆਪਣੇ ਵੱਡੇ ਲੀਡਰਾਂ ਤੋਂ ਸਹੁੰ ਖਵਾਉਣ ਦੇ ਚੱਕਰ 'ਚੋਂ? ਨਹੀਂ, ਅਸੀਂ ਕਰਾਂਗੇ ਖਤਮ, ਅਸੀਂ ਕਰਕੇ ਦਿਖਾਵਾਂਗੇ ਆਪਾਂ ਬਿਲਕੁਲ। ਇਹਦੇ ਵਾਸਤੇ ਕੀ ਪਲਾਨ ਹੈ ਤੁਹਾਡਾ? ਉਹ ਪਾਰਟੀ ਦਾ ਜੋ ਵੀ ਮੈਨੀਫੈਸਟੋ ਜੋ ਪੋਰਟਫੋਲੀਓ ਆਏਗਾ ਉਹਦੇ ਮੁਤਾਬਕ ਅਸੀਂ ਪ੍ਰੋਗਰਾਮਸ ਆਉਣਗੇ। ਪਾਰਟੀ ਨੇ ਪੂਰਾ ਇੱਥੇ ਵਰਕਅਪ ਕੀਤਾ ਹੋਇਆ, ਈਵਨ ਫॉर EMPLOYMEंट ਆਲਸੋ ਟੂ ਮੈਨੇਜ ਕੀ ਡਰੱਗ ਆਲਸੋ, ਤੇ ਉਸ ਤੋਂ ਬਾਅਦ ਡੀ ਐਡਿਕਸ਼ਨ, ਕਿਉਂਕਿ ਬੱਚੇ ਵੀ ਫਿਰ ਦਿੱਕਤ ਆਣੀ ਜੇ ਡਰੱਗਸ ਸਟਾਪ ਹੋ ਗਏ, ਉਸ ਤੋਂ ਬਾਅਦ ਡੀ ਐਡਿਕਸ਼ਨ ਵਾਸਤੇ ਵੀ ਸਾਨੂੰ ਪਹਿਲਾਂ ਹੀ ਤਿਆਰ ਰੱਖਣਾ ਪੈਣਾ ਕੀ ਕਰਨਾ ਕੀ ਨਹੀਂ ਕਰਨਾ। ਉਹ ਸਾਰਾ ਪਾਰਟੀ ਇਜ਼ ਵਰਕਿੰਗ ਔਨ ਦੈਟ ਪਲੇਟਫਾਰਮ, ਉਹ ਕਰੇਗੀ, ਜ਼ਰੂਰ ਕਰਾਂਗੇ ਆਪਾਂ। ਚਲੋ ਪਾਰਟੀ ਦੀ ਗੱਲ ਇੱਕ ਪਾਸੇ ਰਹੀ, ਤੁਹਾਡੇ ਕੋਲ ਹਲਕੇ ਦੇ ਲਈ ਜੇਕਰ ਤੁਹਾਨੂੰ ਲੋਕ ਜਿਤਾਉਂਦੇ ਨੇ, ਕਿੰਨੇ ਟਾਈਮ 'ਚ ਤੁਸੀਂ ਨਸ਼ਾ, ਅੱਜ ਹਕੀਕਤ ਟੀਵੀ ਪੰਜਾਬੀ ਤੇ ਤੁਸੀਂ ਦੱਸੋ ਵੀ ਕਿੰਨੇ ਟਾਈਮ 'ਚ ਤੁਸੀਂ ਨਸ਼ੇ ਦਾ, ਤੁਸੀਂ ਕੈਪਟਨ ਹੋਰਾਂ ਨੇ ਤਾਂ ਲੱਕ ਤੋੜਨ ਦੀ ਗੱਲ ਕੀਤੀ ਸੀ, ਤੁਸੀਂ ਬਾਂਹ ਤੋੜੋਗੇ, ਤੁਸੀਂ ਸਿਰ ਭੰਨੋਗੇ, ਤੁਸੀਂ ਕੀ ਕਰੋਗੇ? ਉਹ ਤਾਂ ਜੇ ਤੁਸੀਂ ਚਾਹੋ ਤਾਂ ਡੇ 1 ਤੇ ਬੰਦ ਹੋ ਜਾਣਾ ਆ, ਪਹਿਲੇ ਦਿਨ ਤੋਂ। ਜਾਂ ਤੁਸੀਂ ਕਹਿ ਦਿਓ, ਸਟ੍ਰਿਕਟ ਇੰਸਟਰਕਸ਼ਨ ਦੇ ਦਿਓ, ਵਿਕੂਗਾ ਨਹੀਂ ਉੱਥੇ, ਹੋਰ ਕੀ, ਬਸ ਸਾਰਿਆਂ ਨੂੰ ਸਟ੍ਰਿਕਟਲੀ ਕਹਿ ਦਿਓ ਤੇ ਇਟ ਕੈਨ ਬੀ ਸਟਾਪਡ ਇਨ ਅ ਡੇ। ਕੋਈ ਇਦਾਂ ਦੀ ਔਖੀ ਗੱਲ ਨਹੀਂ ਕਿ ਜਿਹੜਾ ਹੁਣ ਵੇਖੀ ਜਾ ਰਹੇ ਨੇ। ਹਾਂਜੀ ਹੈ, ਹੁਣ ਵੇਖੀ ਜਾ ਰਿਹਾ ਜੀ। ਉਹ ਤਾਂ ਹੁਣ ਐਡਮਿਨਿਸਟ੍ਰੇਸ਼ਨ ਹੀ ਰਲਿਆ ਹੋਇਆ ਸਾਰਾ, MLAs SSP DSP ਸਾਰਾ ਸਭ ਰਲੇ ਹੋਏ ਨੇ, ਆਪ ਵਿਕਾਉਂਦੇ ਨੇ ਇਹ। ਜੇ ਪੁਲਿਸ ਨੂੰ ਕੀ ਕੁਝ ਨਹੀਂ ਪਤਾ ਹੁੰਦਾ, ਸਾਰਾ ਕੁਝ ਪਤਾ ਹੁੰਦਾ ਉਹਨੂੰ ਇਹ ਪਤਾ ਹੁੰਦਾ ਕੌਣ ਬੰਦਾ ਕਿੱਥੇ ਚੋਰੀ ਕਰਦਾ ਕਿੱਥੇ ਨਹੀਂ ਚੋਰੀ ਕਰਦਾ। ਸਿਰਫ ਫੜਦੇ ਉਹਨੂੰ ਆ ਜਿਹੜਾ ਕੀ ਕਹਿੰਦੇ ਮਾੜਾ ਮੋਟਾ ਕੀ ਕਹਿੰਦੇ ਉਹ ਲੈ ਲੈਂਦਾ ਹੈਗਾ, ਪਰ ਜਿਹੜੇ ਕਿੰਗ ਪਿਨ ਹੈਗੇ, ਜਿਹੜੇ ਵੱਡੇ ਵੱਡੇ ਵਪਾਰੀ ਹੈਗੇ, ਉਹਨਾਂ ਨੂੰ ਕੋਈ ਨਹੀਂ ਹੱਥ ਪਾਉਂਦਾ, ਉਹਨੂੰ ਕੋਈ ਨਹੀਂ। ਬਸ ਉਹ ਇੱਕ ਅੱਧੇ ਬੰਦੇ ਨੂੰ ਵਿਚਾਰਾ ਉਹ ਪਹਿਲਾਂ ਹੀ ਮਾੜਾ ਹੁੰਦਾ, ਉਹਦੀ ਲਾ ਕੇ ਫੋਟੋ ਖਿਚਾ ਦਿੰਦੇ ਕਿ ਅਸੀਂ ਆਹ ਬੰਦਾ ਫੜ ਲਿਆ, ਇੰਨੇ ਗ੍ਰਾਮ ਨਸ਼ਾ ਫੜ ਲਿਆ, ਪਰ ਜਿਹਨੂੰ ਫੜਨਾ ਉਹਨੂੰ ਹੱਥ ਨਹੀਂ ਪਾਉਂਦੇ ਜੀ ਇਹ। ਤੇ ਫਿਰ ਡਾਕਟਰ ਸਾਹਿਬ, ਜਾਂਦੇ ਜਾਂਦੇ ਆਖਿਰ ਦੇ ਵਿੱਚ ਤੁਸੀਂ ਆਪਣੇ ਹਲਕੇ ਦੇ ਵੋਟਰਾਂ ਨੂੰ, ਜੋ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਵੋਟ ਤਾਂ ਸਾਰਿਆਂ ਨੇ ਪਾਉਣੀ ਹੈ, ਕੈਂਡੀਡੇਟ ਵੀ ਸਾਰਿਆਂ ਨੇ ਖੜਾਉਣੇ ਨੇ, ਤੁਸੀਂ ਵੀ ਇੱਕ ਚਿਹਰਾ ਹੋ ਸਕਦੇ ਹੋ ਉੱਥੇ, ਤੇ ਵੋਟਰਾਂ ਨੂੰ ਕੀ ਕਹੋਗੇ? ਮੈਂ ਤਾਂ ਇਹੀ ਕਹੂੰਗਾ ਕਿ ਜਿੱਥੇ ਅਸੀਂ ਇੰਨਾ ਸਮਾਂ ਦੋ ਪਾਰਟੀਆਂ ਨੂੰ, ਦੋ ਠੱਗਾਂ ਨੂੰ ਦੇਤਾ ਹੈਗਾ, ਤੇ ਇੱਕ ਮੌਕਾ, ਇੱਕ ਸਾਫ਼ ਸੁਥਰੀ ਪਾਰਟੀ, ਇੱਕ ਚੰਗੀ ਨੀਅਤ ਵਾਲੀ ਪਾਰਟੀ, ਇੱਕ ਕੰਮ ਕਰਨ ਵਾਲੀ ਪਾਰਟੀ, ਇਮਾਨਦਾਰ ਪਾਰਟੀ ਨੂੰ ਇੱਕ ਮੌਕਾ ਦੇ ਕੇ ਦੇਖੋ। ਅਸੀਂ ਤੁਹਾਡੇ ਕੋਲ ਕੁਛ ਨਹੀਂ ਮੰਗਦੇ ਹੋਰ, ਸਿਰਫ ਇੱਕ ਸਾਨੂੰ ਚਾਂਸ ਦਿਓ, ਜਿਹੜਾ ਅਗਲਾ ਚਾਂਸ ਅਸੀਂ ਆਪਣੇ ਕੰਮਾਂ ਦੇ ਬੇਸ 'ਤੇ ਲੈ ਲਾਂਗੇ, ਬਟ ਫॉर दैट ਸਾਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਤਾਂ ਕਿ ਪੰਜਾਬ 'ਚ ਝਾੜੂ ਸਰਕਾਰ ਬਣੇ। ਪਰ ਹੋਰ ਸਾਡੇ ਕੋਲ ਹੋ ਕੋਈ ਹੱਲ ਵੀ ਹੈ ਨਹੀਂ, ਕੋਈ ਰਾਹ ਵੀ ਹੈ ਨਹੀਂ ਗਾ। ਕਿੰਨੀ ਵਾਰੀ ਇਹਨਾਂ ਗੱਲਾਂ 'ਚ ਆ ਕੇ ਅਸੀਂ ਬੇਵਕੂਫ ਬਣੀ ਜਾਵਾਂਗੇ, ਪਰ ਹੁਣ ਲੋਕ ਸਮਝ ਗਏ ਨੇ ਸਾਰੀਆਂ, ਉਹ ਲੋਕਾਂ ਦੇ ਮਨਾਂ 'ਚ, ਦਿਲਾਂ 'ਚ ਗੱਲ ਘਰ ਕਰ ਗਈ ਹੈ ਕਿ ਅਸੀਂ ਹੁਣ ਇਸ ਵਾਰੀ ਬਦਲ ਕਰਨਾ, ਚੇਂਜ ਕਰਨਾ। ਡਾਕਟਰ ਸਾਹਿਬ, ਮੁੱਖ ਮੰਤਰੀ ਕਿਹਨੂੰ ਦੇਖਣਾ ਚਾਹੋਗੇ ਪਾਰਟੀ 'ਚੋਂ? ਮਾਨ ਸਿੱਖ ਚਿਹਰੇ ਦਾ ਅਨਾਉਂਸ ਕਰਕੇ ਗਏ ਨੇ, ਤੇ ਤੁਸੀਂ ਕਿਹਾ ਨਹੀਂ ਕਿ ਅਗਰ ਅਨਾਉਂਸ ਕਰਨਾ ਤਾਂ ਸਿੱਧਾ ਚਿਹਰਾ, ਤੁਹਾਨੂੰ ਨਹੀਂ ਲੱਗਦਾ ਕਿ ਵੱਡੀ ਗਲਤੀ ਸੀ ਪਿਛਲੀ ਵਾਰ ਕੋਈ CM ਦਾ ਕੈਂਡੀਡੇਟ ਨਾ ਹੋਣਾ? ਜਾਂ ਉਹ ਵੀ ਸਾਡੇ ਲਈ ਬੜੀ ਕੀ ਕਹਿੰਦੇ, ਸਾਡੇ ਲਈ ਡਾਊਨਫਾਲ ਦਾ ਕਾਰਨ ਰਿਹਾ ਹੈਗਾ ਕਿ ਵੀ ਕੁਡਨਟ ਅਨਾਉਂਸ ਦੀ, ਜਿਹੜਾ ਸਟੇਟ ਹੈੱਡ ਜਾਂ ਜਿਸ ਨੇ ਸਾਨੂੰ ਜਨਰਲ ਨੇ ਸਾਨੂੰ ਲੀਡ ਕਰਨਾ, ਉਹਨੂੰ ਅਸੀਂ ਅਨਾਉਂਸ ਨਹੀਂ ਕਰ ਸਕੇ। ਬਟ ਜ਼ਰੂਰ ਅਸੀਂ ਪਾਰਟੀ ਹੁਣ ਤਿਆਰ ਹੈਗੀ ਆ, ਤੇ ਅਸੀਂ ਚਾਹੁੰਦੇ ਕਿ ਮਾਨ ਸਾਹਿਬ ਜਿੱਦਾਂ ਕਿ ਕਾਫੀ ਦੇਰ ਤੋਂ ਪਲੱਸ ਮਾਈਨਸ ਜਿੰਨਾ ਵੀ ਸਮਾਂ ਪਾਰਟੀ ਉੱਪਰ ਥੱਲੇ ਰਹੀ ਆ, ਪਾਰਟੀ ਨਾਲ ਖੜੇ ਰਹੇ, ਪਾਰਟੀ ਲਈ ਮਿਹਨਤ ਕਰ ਰਹੇ ਹੈਗੇ ਆ, ਤੇ ਮਤਲਬ ਕਿ ਛੇਤੀ ਡਿਕਲੇਅਰ ਕਰ ਦੇਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਦਿੱਤਾ ਔਰ ਆਪਣੇ ਜਜ਼ਬਾਤਾਂ ਦੀ ਸਾਂਝ ਹੈ ਤੁਸੀਂ ਹਕੀਕਤ ਟੀਵੀ ਪੰਜਾਬੀ ਦੇ ਜ਼ਰੀਏ ਆਪਣੇ ਲੋਕਾਂ ਨਾਲ ਪਾਈ, ਸੰਗਤ ਨਾਲ ਪਾਈ, ਆਪਣੇ ਵੋਟਰਾਂ ਨਾਲ ਪਾਈ। ਬਹੁਤ ਬਹੁਤ ਸ਼ੁਕਰੀਆ। ਗ੍ਰੇਟ ਜੀ, ਧੰਨਵਾਦ ਜੀ, ਵੈਲਕਮ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਰਵਜੋਤ, ਜਿਨ੍ਹਾਂ ਨੇ ਆਪਣੇ ਜਜ਼ਬਾਤਾਂ ਦੀ ਸਾਂਝ ਪਾਈ ਹੈ ਆਪਣੇ ਹਲਕੇ ਨੂੰ ਲੈ ਕੇ, ਵੋਟਰਾਂ ਨੂੰ ਲੈ ਕੇ, ਔਰ ਨਾਲੋਂ ਨਾਲ ਉਹਨਾਂ ਕਿਹਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਬਣਦੀ ਹੈ ਤਾਂ ਨਸ਼ੇ ਨੂੰ ਲੈ ਕੇ ਉਹ ਇੱਕ ਦਿਨ, 1 ਡੇ ਦੇ ਵਿੱਚ, ਯਾਨੀ ਕਿ 24 ਘੰਟਿਆਂ ਦੇ ਵਿੱਚ ਉਹ ਨਸ਼ਾ ਹੈ ਜਿਹੜਾ ਆਪਣੇ ਹਲਕੇ ਦੇ ਵਿੱਚ ਉਹ ਬੰਦ ਕਰ ਸਕਦੇ ਨੇ। ਨਾਲੋਂ ਨਾਲ ਉਹਨਾਂ ਨੇ ਹੋਰ ਵੱਡੇ ਜਿਹੜੇ ਇਲਜ਼ਾਮ ਨੇ ਸੱਤਾਧਿਰ ਸਰਕਾਰ ਦੇ ਉੱਤੇ ਲਗਾਏ ਨੇ, ਅਣਗੌਲੀਆਂ ਕਰਨ ਦੇ ਜਿਹੜਾ ਵੱਡਾ ਇਲਜ਼ਾਮ ਹੈ ਉਹ ਡਾਕਟਰ ਰਵਜੋਤ ਹੋਣਾ ਨੇ ਜਿਹੜੇ ਲਗਾਏ ਨੇ। ਔਰ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਿਮਾਰੀਆਂ ਦੇ ਤਾਂ ਮਾਹਰ ਹੈਗੇ ਹੀ ਨੇ, ਸਿਆਸੀ ਬਿਮਾਰੀਆਂ ਵੀ ਇਸ ਹਲਕੇ ਦੇ ਵਿੱਚੋਂ ਆਪਣੇ ਯਤਨਾਂ ਸਦਕਾ ਉਹ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਹੁਸ਼ਿਆਰਪੁਰ।